ਇੱਕ ਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਅਫਗਾਨਿਸਤਾਨ ਦੇ ਗਜ਼ਨੀ ਖੇਤਰ ਤੋਂ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਈ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਣ ਤੇ ਗੁਰੂ ਜੀ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸੰਗਤ ਵਿੱਚੋਂ ਇੱਕ ਤਰਲੋਕਾ ਨਾਮ ਦੇ ਵਿਅਕਤੀ ਨੇ ਗੁਰੂ ਜੀ ਦੇ ਸਾਹਮਣੇ ਬੇਨਤੀ ਕੀਤੀ ਕਿ ਹੇ ਗੁਰੂ ਜੀ, ਮੇਰੀ ਇੱਕ ਇੱਛਾ ਹੈ ਕਿ ਮੈਂ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਕੋਈ ਰਸਤਾ ਦੱਸੋ ਜਿਸ ਨਾਲ ਮੈਂ ਉਸ ਵਾਹਿਗੁਰੂ ਦੇ ਦਰਸ਼ਨ ਕਰ ਸਕਾਂ। ਤਾਂ ਗੁਰੂ ਅਰਜਨ ਦੇਵ ਜੀ ਭਾਈ ਤਰਲੋਕਾ ਦੀ ਇੱਛਾ ਸੁਣ ਕੇ ਬੜਾ ਖੁਸ਼ ਹੋਏ ਤੇ ਉਸ ਨੂੰ ਉਪਦੇਸ਼ ਦਿੱਤਾ ਕਿ ਇਸ ਸੰਸਾਰ ਵਿੱਚ ਜਿੰਨੇ ਵੀ ਜੀਵ ਜੰਤੂ ਜਾਂ ਮਨੁੱਖ ਹਨ, ਇਹ ਸਭ ਪਰਮਾਤਮਾ ਦੇ ਬਣਾਏ ਹੋਏ ਹਨ ਤੇ ਪਰਮਾਤਮਾ ਆਪਣੇ ਦੁਆਰਾ ਬਣਾਏ ਗਏ ਇਹਨਾਂ ਸਾਰੇ ਜੀਵ ਜੰਤੂਆਂ ਵਿੱਚ ਹੀ ਬਿਰਾਜਮਾਨ ਹੈ। ਪਰਮਾਤਮਾ ਨੂੰ ਪਾਉਣ ਵਾਸਤੇ ਜਾਂ ਪਰਮਾਤਮਾ ਨੂੰ ਖੁਸ਼ ਕਰਨ ਲਈ ਜਿੰਨਾ ਹੋ ਸਕੇ ਓਨਾ ਹੀ ਜੀਵ ਜੰਤੂਆਂ ਤੇ ਮਨੁੱਖ ਦੀ ਭਲਾਈ ਲਈ ਕਾਰਜ ਕਰੋ, ਪਰਮਾਤਮਾ ਖੁਸ਼ ਹੋ ਜਾਣਗੇ। ਭਾਈ ਤਰਲੋਕਾ ਗੁਰੂ ਜੀ ਦੇ ਪ੍ਰਵਚਨਾਂ ਨੂੰ ਸਮਝ ਗਿਆ ਤੇ ਗੁਰੂ ਜੀ ਦੇ ਬਚਨਾਂ ਉੱਤੇ ਚੱਲਣ ਦਾ ਮਨ ਬਣਾ ਕੇ ਵਾਪਿਸ ਗਜ਼ਨੀ ਵਿਖੇ ਆ ਗਿਆ। ਭਾਈ ਤਰਲੋਕਾ ਫੌਜ ਦੀ ਜਿਸ ਟੁਕੜੀ ਵਿੱਚ ਨੌਕਰੀ ਕਰਦਾ ਸੀ, ਉਸ ਟੁਕੜੀ ਦੇ ਅਧਿਕਾਰੀ ਆਪਣੇ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਕਦੀ-ਕਦੀ ਉਹਨਾਂ ਕੋਲੋਂ ਜੰਗਲ ਵਿੱਚ ਜਾ ਕੇ ਸ਼ਿਕਾਰ ਕਰਵਾਇਆ ਕਰਦੇ ਸਨ ਤੇ ਇਸੇ ਦੇ ਚੱਲਦੇ ਇੱਕ ਦਿਨ ਫੌਜੀ ਅਧਿਕਾਰੀਆਂ ਦੇ ਨਾਲ ਭਾਈ ਤਰਲੋਕਾ ਨੂੰ ਸ਼ਿਕਾਰ ਉੱਤੇ ਜਾਣਾ ਪਿਆ ਤੇ ਉਹਨਾਂ ਨੂੰ ਸਾਹਮਣੇ ਦਿਖਾਈ ਦੇ ਰਹੀ ਇੱਕ ਹਿਰਨੀ ਦਾ ਸ਼ਿਕਾਰ ਕਰਨ ਲਈ ਕਿਹਾ ਗਿਆ ਤੇ ਭਾਈ ਤਰਲੋਕਾ ਨੇ ਉਸ ਹਿਰਨੀ ਦੇ ਪਿੱਛੇ ਆਪਣਾ ਘੋੜਾ ਭਜਾਇਆ ਤੇ ਉਸ ਉੱਤੇ ਆਪਣੀ ਤਲਵਾਰ ਨਾਲ ਵਾਰ ਕੀਤਾ ਤਾਂ ਉਸ ਦੇ 2 ਟੋਟੇ ਹੋ ਗਏ। ਜਿਹੜੀ ਹਿਰਨੀ ਸੀ ਉਹ ਗਰਭਵਤੀ ਸੀ ਤੇ ਹਿਰਨੀ ਦੇ ਬੱਚੇ ਵੀ ਭਾਈ ਤਰਲੋਕਾ ਦੇ ਸਾਹਮਣੇ ਤੜਫ ਕੇ ਮਰ ਗਏ। ਇਸ ਘਟਨਾ ਦਾ ਭਾਈ ਤਰਲੋਕਾ ਜੀ ਦੇ ਕੋਮਲ ਦਿਲ ਉੱਤੇ ਬਹੁਤ ਗਹਿਰਾ ਅਸਰ ਹੋਇਆ ਤੇ ਉਹ ਆਪਣੀ ਭੁੱਲ ਚੋਂ ਕੁੱਤੇ ਪਛਤਾਵਾ ਕਰਨ ਲੱਗੇ, ਪਰ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ। ਭਾਈ ਤਰਲੋਕਾ ਜੀ ਵਿਚਾਰ ਕਰਨ ਲੱਗੇ ਕਿ ਜੇਕਰ ਮੇਰੇ ਕੋਲ ਹਥਿਆਰਾ ਸ਼ਸਤਰ ਨਹੀਂ ਹੁੰਦਾ ਤਾਂ ਇਹ ਹੱਤਿਆ ਸੰਭਵ ਹੀ ਨਹੀਂ ਹੋਣੀ ਸੀ ਤੇ ਉਹਨਾਂ ਨੇ ਆਪਣੀ ਤੇਜ਼ ਤਲਵਾਰ ਦੀ ਥਾਂ ਤੇ ਲੱਕੜੀ ਦੀ ਤਲਵਾਰ ਬਣਾ ਕੇ ਧਾਰਨ ਕਰ ਲਈ। ਹੌਲੀ-ਹੌਲੀ ਸਮਾਂ ਬਤੀਤ ਹੋਣ ਲੱਗਾ ਤਾਂ ਇੱਕ ਦਿਨ ਫੌਜੀ ਅਧਿਕਾਰੀ ਨੇ ਆਪਣੇ ਸਾਰੇ ਜਵਾਨਾਂ ਦੇ ਸ਼ਸਤਰ ਜਾਂਚ ਕਰਨੇ ਸ਼ੁਰੂ ਕਰ ਦਿੱਤੇ ਤੇ ਉਸਨੇ ਆਪਣੇ ਸਾਰੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਸਾਰੇ ਜਵਾਨ ਇੱਕ ਲਾਈਨ ਵਿੱਚ ਖੜੇ ਹੋ ਜਾਓ ਤੇ ਆਪਣੇ ਸ਼ਸਤਰ ਦਾ ਮੁਆਇਨਾ ਕਰਵਾਓ। ਇਹ ਹੁਕਮ ਸੁਣਦੇ ਹੀ ਚਿੰਤਾ ਵਿੱਚ ਆ ਗਿਆ ਕਿਉਂਕਿ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਜੇਕਰ ਲੱਕੜ ਦੀ ਤਲਵਾਰ ਉਸਦੇ ਅਧਿਕਾਰੀ ਨੇ ਦੇਖ ਲਈ ਤਾਂ ਨੌਕਰੀ ਤਾਂ ਜਾਵੇਗੀ ਹੀ, ਇਸ ਦੇ ਨਾਲ ਦੰਡ ਦੇ ਰੂਪ ਵਿੱਚ ਗਦਾਰੀ ਦਾ ਇਲਜ਼ਾਮ ਵੀ ਲਗਾਇਆ ਜਾ ਸਕਦਾ ਹੈ। ਤਾਂ ਅਜਿਹੇ ਵਿੱਚ ਉਹਨਾਂ ਦਾ ਧਿਆਨ ਗੁਰੂ ਜੀ ਦੇ ਚਰਨਾਂ ਵਿੱਚ ਗਿਆ ਤੇ ਉਹ ਮਨ ਹੀ ਮਨ ਅਰਦਾਸ ਕਰਨ ਲੱਗੇ ਕਿ ਹੇ ਗੁਰੂ ਜੀ, ਮੈਂ ਇਸ ਵੇੜੇ ਵਿਪੱਤੀ ਵਿੱਚ ਫਸ ਚੁੱਕਿਆ ਹਾਂ ਤੇ ਤੁਹਾਡੇ ਤੋਂ ਇਲਾਵਾ ਮੇਰੀ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ। ਮੈਂ ਤੁਹਾਡੇ ਬਚਨਾਂ ਉੱਤੇ ਚੱਲਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹਾਂ। ਕਿਰਪਾ ਕਰਕੇ ਮੇਰੀ ਲਾਜ ਰੱਖ ਲਓ ਤੇ ਮੈਨੂੰ ਇਸ ਸੰਕਟ ਕਾਲ ਵਿੱਚੋਂ ਬਾਹਰ ਕੱਢ ਲਓ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਉਸ ਵੇਲੇ ਆਪਣੇ ਦਰਬਾਰ ਵਿੱਚ ਵਿਰਾਜਮਾਨ ਸਨ ਤਾਂ ਉਹਨਾਂ ਨੇ ਅਚਾਨਕ ਹੀ ਆਪਣੇ ਇੱਕ ਸੇਵਕ ਨੂੰ ਆਦੇਸ਼ ਦਿੱਤਾ ਕਿ ਤੋਸ਼ੇਖਾਨੇ ਵਿੱਚੋਂ ਇੱਕ ਤਲਵਾਰ ਲੈ ਕੇ ਆਓ। ਤਾਂ ਸੇਵਕ ਤੁਰੰਤ ਤਲਵਾਰ ਲੈ ਕੇ ਹਾਜ਼ਰ ਹੋਇਆ। ਗੁਰੂ ਜੀ ਨੇ ਉਹ ਤਲਵਾਰ ਮਿਆਨ ਵਿੱਚੋਂ ਬਾਹਰ ਕੱਢੀ ਤੇ ਉਸ ਨੂੰ ਘੁਮਾ ਫਿਰਾ ਕੇ ਸੰਗਤ ਨੂੰ ਵਿਖਾਉਣ ਲੱਗੇ ਤੇ ਕੁਝ ਹੀ ਪਲਾਂ ਬਾਅਦ ਉਸ ਤਲਵਾਰ ਨੂੰ ਫਿਰ ਤੋਂ ਮਿਆਨ ਵਿੱਚ ਰੱਖ ਕੇ ਤੋਸ਼ੇਖਾਨੇ ਵਿੱਚ ਵਾਪਸ ਭੇਜ ਦਿੱਤਾ। ਸੰਗਤ ਨੂੰ ਇਸ ਪ੍ਰਕਾਰ ਗੁਰੂ ਜੀ ਦੁਆਰਾ ਤਲਵਾਰ ਦਿਖਾਉਣਾ ਬੜਾ ਹੀ ਅਨੋਖਾ ਲੱਗਿਆ ਤੇ ਇਹ ਸਭ ਵੇਖ ਕੇ ਇੱਕ ਸੇਵਕ ਵਿੱਚ ਜਿਗਿਆਸਾ ਉੱਠੀ ਤੇ ਉਸਨੇ ਗੁਰੂ ਜੀ ਕੋਲੋਂ ਪ੍ਰਸ਼ਨ ਪੁੱਛ ਹੀ ਲਿਆ ਕਿ ਗੁਰੂ ਜੀ, ਅੱਜ ਤੁਸੀਂ ਤਲਵਾਰ ਨਾਲ ਕਿਉਂ ਖੇਡ ਰਹੇ ਹੋ? ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਜਦੋਂ ਸਮਾਂ ਆਵੇਗਾ ਤਾਂ ਤੁਸੀਂ ਆਪ ਹੀ ਇਸ ਭੇਦ ਨੂੰ ਜਾਣ ਜਾਵੋਗੇ। ਦੂਸਰੇ ਪਾਸੇ ਭਾਈ ਤਰਲੋਕਾ ਅਰਦਾਸ ਵਿੱਚ ਖੋਏ ਹੋਏ ਸਨ ਤੇ ਸਾਰੇ ਜਵਾਨ ਵਾਰੀ-ਵਾਰੀ ਆਪਣੀਆਂ ਤਲਵਾਰਾਂ ਦਾ ਮੁਆਇਨਾ ਕਰਵਾ ਰਹੇ ਸਨ। ਤਾਂ ਅਖੀਰ ਵਿੱਚ ਭਾਈ ਤਰਲੋਕਾ ਦੀ ਵੀ ਵਾਰੀ ਆ ਗਈ ਤੇ ਉਸਨੇ ਆਪਣੇ ਦਿਲ ਵਿੱਚ ਗੁਰੂ ਜੀ ਦਾ ਨਾਮ ਲਿਆ
ਤੇ ਉਹਨਾਂ ਨੂੰ ਸਮਰਥ ਜਾਣ ਕੇ ਮਿਆਨ ਵਿੱਚੋਂ ਤਲਵਾਰ ਬਾਹਰ ਕੱਢ ਕੇ ਅਧਿਕਾਰੀ ਨੂੰ ਵਿਖਾਈ। ਤਲਵਾਰ ਦੀ ਚਮਕ ਅਧਿਕਾਰੀ ਦੀਆਂ ਅੱਖਾਂ ਵਿੱਚ ਪਈ ਤੇ ਉਹ ਚੌਂਕ ਗਿਆ ਤੇ ਉਸਨੇ ਇਸ ਤਲਵਾਰ ਨੂੰ 2-3 ਵਾਰ ਪਲਟ ਕੇ ਵੇਖਿਆ ਤੇ ਹੈਰਾਨੀ ਵਿੱਚ ਪੈ ਗਿਆ ਤੇ ਉਸਦੇ ਮੂੰਹ ਵਿੱਚੋਂ ਨਿਕਲਿਆ ਇਲਾਹੀ ਸ਼ਮਸ਼ੀਰ ਅਰਥਾਤ ਅਦਭੁਤ ਤਲਵਾਰ। ਭਾਈ ਤਰਲੋਕਾਂ ਨੇ ਜਦੋਂ ਇਹ ਚਮਤਕਾਰ ਆਪਣੀ ਅੱਖੀਂ ਦੇਖਿਆ ਤਾਂ ਉਹਨਾਂ ਦੇ ਨੇਤਰਾਂ ਵਿੱਚੋਂ ਪ੍ਰੇਮ ਭਰੇ ਹੰਝੂ ਵਗਣ ਲੱਗੇ ਤੇ ਕੁਝ ਹੀ ਦਿਨਾਂ ਬਾਅਦ ਉਹ ਛੁੱਟੀ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਸਾਰੀ ਘਟਨਾ ਸੰਗਤ ਨੂੰ ਦੱਸੀ ਕਿ ਮੈਂ ਜਦੋਂ ਸੰਕਟ ਕਾਲ ਵਿੱਚ ਫਸ ਗਿਆ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਜੀ, ਜਿਵੇਂ ਪਰਮਾਤਮਾ ਨੇ ਦੁਰਯੋਧਨ ਦੇ ਦਰਬਾਰ ਵਿੱਚ ਦ੍ਰੋਪਦੀ ਦੀ ਚੀਰ ਹਰਨ ਦੇ ਸਮੇਂ ਲਾਜ ਰੱਖੀ ਸੀ, ਠੀਕ ਇਸੇ ਪ੍ਰਕਾਰ ਤੁਸੀਂ ਮੇਰੀ ਵੀ ਸਹਾਇਤਾ ਵਿੱਚ ਪੁੱਜੋ। ਤਾਂ ਇਹਨਾਂ ਮਹਾਂਪੁਰਸ਼ਾਂ ਨੇ ਉਸੇ ਪਲ ਕੌਤਕ ਵਰਤਾਇਆ, ਜਿਸ ਨੂੰ ਦੇਖ ਕੇ ਉੱਥੇ ਖੜੇ ਸਾਰੇ ਅਧਿਕਾਰੀਆਂ ਦੇ ਰੌਂਗਟੇ ਖੜੇ ਹੋ ਗਏ। ਗੁਰੂ ਪਿਆਰਿਓ, ਜਿਹੜਾ ਮਨੁੱਖ ਪਰਮਾਤਮਾ ਉੱਤੇ ਸੱਚੀ ਸ਼ਰਧਾ ਰੱਖਦਾ ਹੈ, ਪਰਮਾਤਮਾ ਉਸ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਭਿਆਨਕ ਮੁਸੀਬਤਾਂ ਤੋਂ ਛੁਟਕਾਰਾ ਦਿਲਵਾ ਦਿੰਦਾ ਹੈ। ਸਤਿਨਾਮ ਸ਼੍ਰੀ ਵਾਹਿਗੁਰੂ।